ਓਮ ਸ਼ਾਂਤੀ। ਅੱਜ 18/10/2022 ਦੀ ਬਾਣੀ ਹੈ। ਬਾਬਾ ਆਖਦੇ ਨੇ, ਮਿੱਠੇ ਬੱਚੇ ਕਛੂਏ ਤਰ੍ਹਾਂ ਸਭ ਕੁਝ ਸਮੇਟ ਕੇ ਚੁੱਪ ਬੈਠ ਸਭ ਦਰਸ਼ਨ ਚੱਕਰ ਫਿਰਾਓ। ਬਾਪ ਜੋ ਸਰਬ ਸੰਬੰਧਾਂ ਦੀ ਸਹਿਕਰੀਨ ਹੈ, ਉਸ ਨੂੰ ਯਾਦ ਕਰੋ ਤਾਂ ਤੁਹਾਡੇ ਵੀ ਕਰਮ ਵਿਨਾਸ਼ ਹੋ ਜਾਣਗੇ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਈਸ਼ਵਰੀय ਕੁੱਲ ਦੇ ਬੱਚਿਆਂ ਪ੍ਰਤੀ ਬਾਪ ਦੀ ਸਮ੍ਰਿਤੀ ਕੀ ਹੈ? ਅੱਜ ਬਾਬਾ ਦਾ ਉੱਤਰ ਹੈ, ਤੁਸੀਂ ਜਦੋਂ ਈਸ਼ਵਰ ਦੇ ਬੱਚੇ ਬਣੇ, ਉਹਨਾਂ ਦੇ ਸਾਹਮਣੇ ਬੈਠੇ ਹੈ ਤਾਂ ਪਿਆਰ ਨਾਲ ਉਸ ਨੂੰ ਯਾਦ ਕਰੋ, ਉਹਨਾਂ ਦੀ ਸਮ੍ਰਿਤੀ ਦੇ ਚਲੋ। ਜਿੰਨਾ ਉਹਨਾਂ ਨੂੰ ਯਾਦ ਕਰੋਗੇ ਉਹ ਨਸ਼ਾ ਰਹੇਗਾ। ਪਰੰਤੂ ਮਾਇਆ ਰਾਵਣ ਵੇਖਦਾ ਹੈ ਕਿ ਮੇਰੇ ਗ੍ਰਾਹਕ ਘੁਸਦੇ ਹੈ, ਮਤਲਬ ਮੁਝੇ ਛੋੜ ਕਰ ਜਾਂਦੇ ਹੈ, ਤਾਂ ਉਹ ਵੀ ਯੁੱਧ ਕਰਦਾ ਹੈ। ਬਾਬਾ ਕਹਿੰਦੇ ਹੈ, ਬੱਚੇ ਕਮਜ਼ੋਰ ਨਾ ਬਣੋ, ਮੈਂ ਤੁਹਾਨੂੰ ਸ਼ਕਤੀ ਦੇਣ ਲਈ ਬੈਠਾ ਹਾਂ। ਗੀਤ ਹੈ ਅੱਜ ਦਾ, ਧੀਰਜ ਧਰ ਮਨਵਾ, ਸੁੱਖ ਕੇ ਦਿਨ ਆਏ ਕਿ ਆਏ। ਓਮ ਸ਼ਾਂਤੀ। ਇਹ ਕੌਣ ਕਹਿੰਦੇ ਹੈ ਬੱਚਿਆਂ ਨੂੰ ਕਿ ਹੇ ਬੱਚੇ, ਕਿਉਂਕਿ ਮਨੁਆ ਕਿਹਾ ਜਾਂਦਾ ਹੈ ਆਤਮਾ ਨੂੰ। ਆਤਮਾ ਵਿੱਚ ਹੀ ਮਨ ਬੁੱਧੀ ਹੈ, ਤਾਂ ਇਹ ਵੀ ਨਾਮ ਰੱਖ ਦਿੱਤਾ ਹੈ। ਨਾਮ ਤਾਂ ਬਹੁਤ ਚੀਜ਼ਾਂ ਦੇ ਬਹੁਤ ਰੱਖੇ ਹੈ, ਜਿਵੇਂ ਪਰਮ ਪਿਤਾ ਪਰਮਾਤਮਾ, ਬਾਬਾ, ਕੋਈ ਫਿਰ ਫਾਦਰ ਕਹਿੰਦੇ ਹੈ, ਤਾਂ ਬਾਬਾ ਹੈ ਸਭ ਤੋਂ ਸਿੰਪਲ। ਬਾਬਾ ਕਹਿੰਦੇ ਹੈ, ਤੁਸੀਂ ਕਿਸ ਦੀ ਸੰਤਾਨ ਹੈ ਉਹ ਯਾਦ ਆਉਂਦਾ ਹੈ। ਹੁਣ ਤੁਸੀਂ ਬੱਚੇ ਬੈਠੇ ਹੈ, ਸਾਹਮਣੇ ਕੌਣ ਹੈ? ਆਤਮਾਵਾਂ ਕਹਿਣਗੀਆਂ ਬਾਬਾ ਬੈਠਾ ਹੈ। ਕਿੰਨੀ ਸਿੰਪਲ ਗੱਲ ਹੈ। ਬੱਚੇ ਜਾਣਦੇ ਹੈ ਅਸੀਂ ਆਤਮਾਵਾਂ, ਤਾਂ ਪਰਮ ਪਿਤਾ ਪਰਮ ਆਤਮਾ ਪਿਤਾ ਹੈ। ਮਨੁੱਖ ਤਾਂ ਛੋਟੇ ਵੱਡੇ ਸਭ ਨੂੰ ਬਾਬਾ ਕਹਿ ਦਿੰਦੇ ਹੈ, ਅਤੇ ਇਹ ਫਿਰ ਆਤਮਾ ਆਪਣੇ ਬਾਬਾ ਨੂੰ ਬਾਬਾ ਕਹਿੰਦੀਆਂ ਹੈ। ਉਹ ਗੋਡ ਫਾਦਰ ਕਹਿੰਦੇ ਹੈ। ਉਹ ਸਰੀਰ ਦੇ ਫਾਦਰ ਨੂੰ ਤੇ ਗੋਡ ਫਾਦਰ ਨਹੀਂ ਕਹਿਣਗੇ। ਤੁਸੀਂ ਜਾਣਦੇ ਹੈ ਅਸੀਂ ਉਸ ਬਾਬਾ ਦੇ ਸਾਹਮਣੇ ਬੈਠੇ ਹਾਂ। ਇਹ ਆਤਮਾਵਾਂ ਦੀ ਗੱਲ ਹੈ। ਸ਼ਿਵ ਬਾਬਾ ਸਮਝਾਉਂਦੇ ਹੈ, ਤਾਂ ਮੈਂ ਕੌਣ ਹਾਂ? ਮੈਂ ਪਰਮ ਆਤਮਾ ਹਾਂ। ਮੈਂ ਤੁਸੀਂ ਸਭ ਆਤਮਾਵਾਂ ਦਾ ਪਰਮ ਧਾਮ ਵਿੱਚ ਰਹਿਣ ਵਾਲਾ ਪਿਤਾ ਹਾਂ। ਇਸ ਲਈ ਮੈਨੂੰ ਪਰਮ ਆਤਮਾ ਕਹਿੰਦੇ ਹੈ। ਇਕੱਠਾ ਕਰਨ ਤੇ ਹੋ ਜਾਂਦਾ ਹੈ ਪਰਮਾਤਮਾ। ਕਿੰਨਾ ਸਹਿਜ ਹੈ। ਇਹ ਕੌਣ ਬੈਠਾ ਹੈ? ਸ਼ਿਵ ਬਾਬਾ। ਉਹ ਨਾ ਹੁੰਦਾ ਤਾਂ ਇਹ ਬ੍ਰਹਮਾ ਵੀ ਨਾ ਹੁੰਦਾ। ਤੁਸੀਂ ਬੱਚਿਆਂ ਦੇ ਦਿਲ ਵਿੱਚ ਸਦਾ ਉਹਨਾਂ ਦੀ ਯਾਦ ਰਹਿੰਦੀ ਹੈ ਉਹ ਵੀ ਆਤਮਾ, ਕੋਈ ਫਰਕ ਨਹੀਂ ਹੈ। ਜਿਵੇਂ ਆਤਮਾ ਸਟਾਰ ਹੈ, ਉਸ ਸਟਾਰ ਦਾ ਸਾਖਸ਼ਾਤਕਾਰ ਹੁੰਦਾ ਹੈ, ਉਵੇਂ ਬਾਪ ਦਾ ਵੀ ਸਟਾਰ ਰੂਪ ਵਿੱਚ ਸਾਖਸ਼ਾਤਕਾਰ ਹੋਵੇਗਾ। ਬਾਕੀ ਇਹ ਜੋ ਕਹਿੰਦੇ ਹੈ ਕਿ ਬਹੁਤ ਤੇਜ਼ ਹੈ, ਸਹਿਣ ਨਹੀਂ ਕਰ ਸਕਦੇ, ਇਹ ਮਨ ਦੀ ਭਾਵਨਾ ਹੈ। ਬਾਕੀ ਤਾਂ ਬਾਪ ਸਹੀ ਕਰਕੇ ਸਮਝਾਉਂਦੇ ਹੈ ਕਿ ਜਿਵੇਂ ਤੁਸੀਂ ਆਤਮਾਵਾਂ ਹੈ, ਉਵੇਂ ਮੈਂ ਵੀ ਆਤਮਾ ਹਾਂ। ਮੈਨੂੰ ਵੀ ਇਸ ਤਨ ਵਿੱਚ, ਇਸ ਆਤਮਾ ਦੇ ਵਾਜੋ ਵਿੱਚ, ਬਰੂਕੁਟੀ ਵਿੱਚ ਬੈਠਣਾ ਹੈ। ਤਾਂ ਉਹ ਬੈਠ ਸਮਝਾਉਂਦੇ ਹੈ ਕਿ ਤੁਸੀਂ ਆਤਮਾਵਾਂ ਵਿੱਚ 84 ਜਨਮਾਂ ਦਾ ਪਾਠ ਭਰਿਆ ਹੋਇਆ ਹੈ, ਸੋ ਵੀ ਹਰ ਇੱਕ ਵਿੱਚ ਆਪਣਾ ਆਪਣਾ ਪਾਠ ਹੈ। ਕਹਿੰਦੇ ਹੈ ਆਤਮਾ ਪਰਮਾਤਮਾ ਲੱਗ ਰਹੇ ਬਹੁਕਾਲ, ਸੁੰਦਰ ਮਿਲਾ ਤਬ ਲਗੇ ਜਬ ਸਤਿਗੁਰੂ ਮਿਲੇ ਦਲਾਲ। ਹੁਣ ਪਰਮ ਆਤਮਾ ਅੱਖਰ ਕਲੀਅਰ ਹੈ, ਉਹਨਾਂ ਨੂੰ ਪਰਮਾਤਮਾ ਕਹਿਣ ਨਾਲ ਮੂੰਝ ਗਏ ਹੈ ਤਾਂ ਆਤਮਾ, ਪਰੰਤੂ ਸਦਾ ਪਰਮ ਧਾਮ ਵਿੱਚ ਰਹਿਣ ਵਾਲੀਆਂ ਪਰਮ ਆਤਮਾ ਹੈ। ਬ੍ਰਹਮਾ ਨੂੰ ਪਰਮ ਆਤਮਾ ਨਹੀਂ ਕਹਾਂਗੇ। ਇਹ ਸਭ ਹੈ ਜੀਵ ਆਤਮਾਵਾਂ। ਇਹਨਾਂ ਵਿੱਚ ਕੋਈ ਪਾਪ ਆਤਮਾ, ਕੋਈ ਪੁੰਨ ਆਤਮਾ ਹੈ। ਬਾਪ ਕਹਿੰਦੇ ਹੈ, ਮੈਨੂੰ ਪਾਪ ਜਾਂ ਪੁੰਨ ਆਤਮਾ ਨਹੀਂ ਕਿਹਾ ਜਾਂਦਾ ਹੈ, ਮੈਨੂੰ ਪਰਮਾਤਮਾ ਹੀ ਕਿਹਾ ਜਾਂਦਾ ਹੈ। ਮੇਰਾ ਵੀ ਪਾਠ ਹੈ। ਇੱਕ ਵਾਰੀ ਆ ਕੇ ਪਾਤਿਤ ਦੁਨੀਆ ਨੂੰ ਪਾਵਨ ਬਣਾਉਂਦਾ ਹਾਂ। ਯਾਦ ਵੀ ਕਰਦੇ ਹੈ ਕਿ ਹੇ ਪਾਤਿਤ ਪਾਵਨ ਆਓ, ਪਰੰਤੂ ਕੋਈ ਸਮਝਦੇ ਥੋੜੀ ਹੈ ਨਾ ਕਿ ਅਸੀਂ ਪਾਤਿਤ ਰਾਵਣ ਸੰਪਰਦਾਇ ਹਾਂ। ਕਹਿੰਦੇ ਹੈ ਰਾਮ ਰਾਜ ਚਾਹੀਦਾ ਹੈ। ਰਾਵਣ ਨੂੰ ਸਾੜਦੇ ਵੀ ਹੈ, ਪਰੰਤੂ ਇਹ ਨਹੀਂ ਜਾਣਦੇ ਕਿ ਅਸੀਂ ਵੀ ਰਾਵਣ ਸੰਪਰਦਾਇ ਹਾਂ। ਜ਼ਰੂਰ ਪਾਤਿਤ ਹੈ ਤਾਂ ਤੇ ਬੁਲਾਉਂਦੇ ਹੈ। ਕ੍ਰਿਸ਼ਨ ਨੂੰ ਤਾਂ ਨਹੀਂ ਬੁਲਾਉਂਦੇ, ਉਹਨਾਂ ਨੂੰ ਤਾਂ ਪਰਮ ਆਤਮਾ ਨਹੀਂ ਕਹਿੰਦੇ। ਸਾਡਾ ਸਭ ਦਾ ਬਾਪ ਜੋ ਪਰਮ ਧਾਮ ਤੋਂ ਆਇਆ ਹੈ, ਉਸ ਨੂੰ ਹੀ ਪਰਮਾਤਮਾ ਕਿਹਾ ਜਾਂਦਾ ਹੈ। ਈਸ਼ਵਰ ਜਾਂ ਭਗਵਾਨ ਕਹਿਣ ਨਾਲ ਰੌਲਾ ਪੈ ਜਾਂਦਾ ਹੈ।
ਬਾਪ ਇਸ ਜੀਵ ਆਤਮਾ ਦੁਆਰਾ ਸਮਝਾਉਂਦੇ ਹੈ, ਤੁਹਾਨੂੰ ਕਹਿੰਦੇ ਹੈ ਬੱਚੇ ਅਸ਼ਰੀਰੀ ਭਵ। ਤੁਸੀਂ ਮੇਰੇ ਬੱਚੇ ਸੀ ਜਦੋਂ ਤੁਹਾਨੂੰ ਭੇਜਿਆ ਸੀ ਸਵਰਗ ਵਿੱਚ ਸਰੀਰ ਧਾਰਨ ਕਰ ਆਏ, ਚੱਕਰ ਲਗਾਉਂਦੇ ਹੁਣ ਤੁਸੀਂ 84 ਦਾ ਚੱਕਰ ਪੂਰਾ ਕੀਤਾ ਹੈ। ਇਸ ਸਮੇਂ ਸਭ ਰਾਵਣ ਦੀ ਸੰਤਾਨ ਹੈ, ਰਾਵਣ ਨੇ ਹੀ ਪਾਤਿਤ ਬਣਾਇਆ ਹੈ। ਹੁਣ ਤੁਸੀਂ ਬਣੇ ਹੋ ਈਸ਼ਵਰੀ ਸੰਤਾਨ। ਹੁਣ ਬਾਬਾ ਆਇਆ ਹੈ, ਕਹਿੰਦੇ ਹੈ ਮੇਰਾ ਪਾਠ ਹੈ ਆਸੁਰੀ ਸੰਪਰਦਾਇ ਨੂੰ ਦੈਵੀ ਸੰਪਰਦਾਇ ਬਣਾਉਣਾ। ਮੈਂ ਵੀ ਡਰਾਮਾ ਅਨੁਸਾਰ ਆਪਣੇ ਟਾਈਮ ਤੇ ਆਉਂਦਾ ਹਾਂ। ਕਲਪ ਤੇ ਸੰਗਮ ਯੁਗੇ, ਕਲਯੁਗ ਹੈ ਪਾਤਿਤ ਪੁਰਾਣੀ ਤਮੋ ਪ੍ਰਧਾਨ ਦੁਨੀਆ, ਤਾਂ ਮੈਂ ਆਉਂਦਾ ਹਾਂ ਸੂਰਜਵੰਸ਼ੀ ਚੰਦਰਵੰਸ਼ੀ ਕੁਲ ਦਾ ਰਾਜ ਸਥਾਪਨ ਕਰਨ। ਨਹੀਂ ਹੋਵੇ ਤਾਂ ਤੇ ਸਥਾਪਨਾ ਕਰਾ। ਫਿਰ ਜਦੋਂ ਸੂਰਜਵੰਸ਼ੀ ਚੰਦਰਵੰਸ਼ੀ ਹੋਣਗੇ ਤਾਂ ਵੈਸ਼ਯ ਸ਼ੂਦਰਵੰਸ਼ੀ ਨਹੀਂ ਹੋਣਗੇ। ਹੁਣ ਤੁਸੀਂ ਈਸ਼ਵਰੀ ਸੰਤਾਨ ਬਣੇ ਹੈ। ਦੈਵੀ ਸੰਤਾਨ ਬਣਨ ਦੇ ਲਈ ਤਾਂ ਬਾਪ ਦੇ ਨਾਲ ਜੋਗ ਚਾਹੀਦਾ ਹੈ, ਜਿਸ ਨਾਲ ਵਿਕਰਮ ਵਿਨਾਸ਼ ਹੋਣੇ ਹੈ। ਐਵਰ ਹੈਲਦੀ ਐਵਰ ਵੈਲਦੀ ਬਣਨ ਦੇ ਲਈ ਸਵਦਰਸ਼ਨ ਚੱਕਰ ਫਿਰਾਣਾ ਪਏ, ਬਾਪ ਨੂੰ ਯਾਦ ਕਰਨਾ ਹੈ। ਇਸ ਵਿੱਚ ਹੀ ਮਿਹਨਤ ਹੈ। ਇਹ ਚਾਰਟ ਰੱਖੋ ਕਿ ਕਿੰਨਾ ਸਮਾਂ ਬਾਬਾ ਨੂੰ ਯਾਦ ਕਰਦੇ ਹਾਂ। ਜਿੰਨਾ ਸਮਾਂ ਯਾਦ ਵਿੱਚ ਰਹੋਗੇ ਤਾਂ ਅਤੀ ਇੰਦਰੀਆ ਸੁਖ ਦੀ ਵਾਸਨਾ ਆਵੇਗੀ। ਤਾਂ ਕਿਹਾ ਜਾਂਦਾ ਹੈ ਅਤੀ ਇੰਦਰੀਆ ਸੁਖ ਪੁੱਛਣਾ ਹੋਵੇ ਤਾਂ ਗੋਪ ਗੋਪੀਆਂ ਤੋਂ ਪੁੱਛੋ। ਬੱਲਭ ਕਿਹਾ ਜਾਂਦਾ ਹੈ ਬਾਪ ਨੂੰ। ਬਾਪ ਦਾ ਰੂਪ ਵੀ ਬੇਟਾ ਜਿਹੇ ਹੀ ਹੁੰਦਾ ਹੈ, ਉਵੇਂ ਆਤਮਾ ਤਾਂ ਬਾਪ ਵੀ ਆਤਮਾ ਹੀ ਹੈ, ਪਰੰਤੂ ਪਰਮ ਧਾਮ ਵਿੱਚ ਰਹਿਣ ਵਾਲਾ ਹੈ। ਜੇਕਰ ਉਹ ਬੀਜ ਹੇਠਾਂ ਚੱਕਰ ਵਿੱਚ ਆ ਜਾਵੇ ਤਾਂ ਝਾੜ ਉੱਪਰ ਚਲਾ ਜਾਵੇ। ਜਿਵੇਂ ਉਹ ਝਾੜ ਹੁੰਦਾ ਹੈ, ਉਸ ਦਾ ਬੀਜ ਹੇਠਾਂ ਝਾੜ ਉੱਪਰ, ਪਰੰਤੂ ਇਹ ਉਲਟਾ ਝਾੜ ਹੈ ਜਿਸ ਦਾ ਬੀਜ ਰੂਪ ਪਰਮ ਆਤਮਾ ਪਰਮ ਧਾਮ ਵਿੱਚ ਨਿਵਾਸ ਕਰਦੇ ਹੈ। ਆਤਮਾਵਾਂ ਵੀ ਪਾਟ ਵਜਾਉਣ ਉੱਪਰ ਤੋਂ ਹੇਠਾਂ ਆਉਂਦੀਆਂ ਹੈ, ਟਾਲ ਟਾਲੀਆਂ ਨਿਕਲਦੀਆਂ ਜਾਂਦੀਆਂ ਹੈ। ਹੁਣ ਬਾਪ ਕਹਿੰਦੇ ਹੈ ਤੁਹਾਨੂੰ ਰਾਵਣ ਨੇ ਕਾਲਾ ਕਰ ਦਿੱਤਾ ਹੈ, ਹੁਣ ਤੁਹਾਨੂੰ ਗੋਰਾ ਬਣਨਾ ਹੈ। ਕ੍ਰਿਸ਼ਨ ਅਤੇ ਨਾਰਾਇਣ ਦੋਨਾਂ ਨੂੰ ਕਾਲਾ ਕਰ ਦਿੱਤਾ ਹੈ। ਲਕਸ਼ਮੀ ਨੂੰ ਗੋਰਾ ਬਣਾਉਂਦੇ ਹੈ, ਕਿਉਂ? ਕਾਮਚਿਤਾ ਤੇ ਦੋਮੋਂ ਬੈਠੇ ਹੋਣਗੇ। ਕ੍ਰਿਸ਼ਨ ਲਈ ਕਹਿੰਦੇ ਉਹਨਾਂ ਨੂੰ ਤਕਸ਼ਕ ਸੱਪ ਨੇ ਡਸਿਆ, ਨਾਰਾਇਣ ਨੂੰ ਫਿਰ ਕਿਸ ਨੇ ਡਸਿਆ? ਕੁਝ ਵੀ ਸਮਝਦੇ ਨਹੀਂ ਹੈ। ਚਿੱਤਰ ਆਦਿ ਵੀ ਸਭ ਰਾਵਣ ਦੀ ਮੱਤ ਤੇ ਬਣਾਏ ਹੈ। ਹੁਣ ਬਾਬਾ ਆਇਆ ਹੈ ਸ਼੍ਰੀਮਤ ਦੇ ਕੇ ਰਾਵਣ ਤੋਂ ਲਿਬਰੇਟ ਕਰਨ ਦੇ ਲਈ। ਮੈਂ ਸਭ ਦਾ ਸਦਗਤੀ ਦਾਤਾ ਹਾਂ। ਸ਼੍ਰੀ 108 ਜਗਤ ਗੁਰੂ ਦਾ ਟਾਈਟਲ ਵੀ ਇਹਨਾਂ ਦਾ ਹੈ। ਜਗਤ ਦੀ ਸਦਗਤੀ ਕਰਦਾ ਹਾਂ। ਗ੍ਰੰਥ ਵਿੱਚ ਇਹਨਾਂ ਦੀ ਮਹਿਮਾ ਬਹੁਤ ਲਿਖੀ ਹੈ। ਸਤਿਗੁਰੂ ਸੱਚਾ ਪਾਤਸ਼ਾਹ ਸੱਚਖੰਡ ਸਥਾਪਨ ਕਰਨ ਵਾਲਾ ਬਾਬਾ ਨੂੰ ਇਹ ਸਭ ਕੰਠ ਸੀ, ਪਰੰਤੂ ਅਰਥ ਦਾ ਪਤਾ ਨਹੀਂ ਸੀ। ਆਪਣੇ ਨੂੰ ਬਹੁਤ ਰਿਲੀਜੀਅਸ ਮਾਈਂਡਡ ਸਮਝਦੇ ਸੀ, ਪਰੰਤੂ ਹੈ ਰਾਵਣ ਦੇ ਕੁਲ ਦੇ। ਹੁਣ ਤੁਸੀਂ ਈਸ਼ਵਰ ਦੇ ਕੁਲ ਦੇ ਬਣੇ ਹੋ ਤਾਂ ਕਿੰਨੇ ਪਿਆਰ ਨਾਲ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ। ਬਾਬਾ ਤੁਸੀਂ ਕਿੰਨੇ ਮਿੱਠੇ ਹੈ, ਸਾਨੂੰ ਸਵਰਗ ਵਿੱਚ ਲੈ ਜਾਂਦੇ ਹੈ। ਹੈਵਨਲੀ ਗੋਡ ਫਾਦਰ ਨੂੰ ਜਿੰਨਾ ਯਾਦ ਕਰੋਗੇ ਤਾਂ ਨਸ਼ਾ ਚੜ੍ਹੇਗਾ। ਹੁਣ ਕਿਸ ਦੇ ਸਾਹਮਣੇ ਬੈਠੇ ਹੈ? ਬਾਪ ਕਹਿੰਦੇ ਹੈ ਹੇ ਲਾਡਲੇ ਬੱਚੇ, ਮੈਂ ਤੇਰਾ ਪਰਮ ਪਿਤਾ ਤੁਸੀਂ ਆਤਮਾਵਾਂ ਨਾਲ ਗੱਲ ਕਰ ਰਿਹਾ ਹਾਂ। ਹੁਣ ਮੇਰੀ ਸ਼੍ਰੀਮਤ ਤੇ ਕਿਉਂ ਨਹੀਂ ਚੱਲਦੇ? ਲੇਕਿਨ ਕਾਮ ਰੂਪੀ ਭੂਤ ਡਿਗਾ ਦਿੰਦਾ ਹੈ। ਬਾਪ ਕਹਿੰਦੇ ਹੈ ਕਮਜ਼ੋਰ ਕਿਉਂ ਬਣਦੇ ਹੈ? ਸ਼੍ਰੀਮਤ ਮਿਲ ਰਹੀ ਹੈ, ਫਿਰ ਆਸੁਰੀ ਮਤ ਤੇ ਕਿਉਂ ਚੱਲਦੇ ਹੈ? ਇਹ ਯੁੱਧ ਤਾਂ ਕਰਨੀ ਹੈ। ਮਾਇਆ ਸਮਝਦੀ ਹੈ ਮੇਰੇ ਗ੍ਰਾਹਕ ਘੁਸਦੇ ਹੈ ਤਾਂ ਲੜਦੀ ਹੈ। ਤੁਹਾਨੂੰ ਬਾਪ ਸ਼ਕਤੀ ਦੇ ਰਿਹਾ ਹੈ। ਇਤਨਾ ਪਾਠ ਪੜ੍ਹਾਉਂਦੇ ਹੈ, ਸਭ ਵੇਦਾਂ ਸ਼ਾਸਤਰਾਂ ਦਾ ਸਾਰ ਸਮਝਾਉਂਦੇ ਹੈ। ਸੂਖਸ਼ਮ ਵਤਨ ਵਿੱਚ ਤਾਂ ਨਹੀਂ ਸੁਣਾਉਣਗੇ। ਵੇਖਾਇਆ ਹੈ ਵਿਸ਼ਨੂੰ ਦੀ ਨਾਭੀ ਵਿੱਚੋਂ ਬ੍ਰਹਮਾ ਨਿਕਲਿਆ। ਸੂਖਸ਼ਮ ਵਤਨ ਵਿੱਚ ਨਾਭੀ ਕਿੱਥੋਂ ਆਈ? ਕੀ ਬੈਠ ਲਿਖਿਆ ਹੈ। ਹੁਣ ਤੁਹਾਨੂੰ ਜੋ ਨੌਲੇਜ ਮਿਲ ਰਹੀ ਹੈ ਇਹ ਪਰੰਪਰਾ ਨਹੀਂ ਚੱਲਦੀ ਹੈ, ਇੱਥੇ ਹੀ ਖਲਾਸ ਹੋ ਜਾਂਦੀ ਹੈ। ਪਿੱਛੋਂ ਜੋ ਸ਼ਾਸਤਰ ਆਦਿ ਬਣਾਉਂਦੇ ਹੈ ਉਹ ਪਰੰਪਰਾ ਤੋਂ ਚੱਲਦੇ ਹੈ। ਇਹ ਗਿਆਨ ਤਾਂ ਪ੍ਰਾਇਆ ਲੋਪ ਹੋ ਜਾਂਦਾ ਹੈ। ਹੁਣ ਬਾਪ ਕਹਿੰਦੇ ਹੈ ਮੇਰੀ ਮਤ ਤੇ ਚਲੋ, ਦੇਹੀ ਅਭਿਮਾਨੀ ਬਣੋ। ਇਸ ਵਿੱਚ ਦੌੜੀ ਲਗਾ ਕੇ ਮੇਰੇ ਗਲੇ ਦਾ ਹਾਰ ਬਣੋ। ਇਹ ਬੁੱਧੀ ਦੀ ਦੌੜੀ ਹੈ।
ਸੰਨਿਆਸੀ ਨਹੀਂ ਕਹਿ ਸਕਦੇ ਕਿ ਆਸ਼ਰੀਰੀ ਭਵ, ਮਮੇਕਮ ਯਾਦ ਕਰੋ। ਪਰਮਾਤਮਾ ਸਭ ਨੂੰ ਕਹਿੰਦਾ ਹੈ ਕਿਉਂਕਿ ਸਾਰੇ ਮੇਰੀ ਸੰਤਾਨ ਹੈ, ਸਭ ਨੂੰ ਵਾਪਿਸ ਲੈ ਜਾਣ ਦੇ ਲਈ ਆਇਆ ਹਾਂ। ਪਰੰਤੂ ਸਮੁੱਖ ਤਾਂ ਬੱਚੇ ਸੁਣਦੇ ਹੈ, ਸਾਰੀ ਦੁਨੀਆ ਨਹੀਂ ਸੁਣਦੀ। ਸ਼ਿਵਰਾਤਰੀ ਮਨਾਉਂਦੇ ਹੈ, ਸ਼ਿਵ ਦਾ ਮੰਦਿਰ ਵੀ ਹੈ, ਜ਼ਰੂਰ ਆਇਆ ਹੈ, ਪਰ ਸ਼ਿਵ ਦਾ ਇੰਨਾ ਵੱਡਾ ਚਿੱਤਰ ਨਹੀਂ ਹੈ, ਉਹ ਤਾਂ ਸਟਾਰ ਹੈ। ਜੇਕਰ ਕਹੋ ਤਾਂ ਕਹਿਣਗੇ ਕਿ ਮੰਦਿਰ ਦੇ ਚਿੱਤਰ ਰੌਂਗ ਹੈ। ਇਸ ਲਈ ਬਾਪ ਸਮਝਾਉਂਦੇ ਹੈ, ਬੱਚੇ ਮੈਂ ਵੀ ਆਤਮਾ ਹਾਂ, ਸਿਰਫ ਤੁਸੀਂ ਜਨਮ ਮਰਨ ਵਿੱਚ ਆਉਂਦੇ ਹੈ, ਮੈਂ ਨਹੀਂ ਆਉਂਦਾ ਹਾਂ ਤਾਂ ਤੇ ਤੁਹਾਨੂੰ ਲਿਬਰੇਟ ਕਰ ਸਕਾਂ। ਮੈਂ ਪਤਿਤ ਪਾਵਨ ਹਾਂ ਤਾਂ ਤੇ ਪਤਿਤ ਦੁਨੀਆ ਵਿੱਚ ਆਣਾ ਪਏ ਨਾ। ਜੇਕਰ ਪਤਿਤ ਪਾਵਨ ਨਾ ਕਹੀਏ ਤਾਂ ਸਮਝਣਗੇ ਨਈ ਦੁਨੀਆ ਬਣਾਉਂਦੇ ਹੈ, ਪਰਲੇ ਹੋ ਜਾਂਦੀ ਹੈ, ਫਿਰ ਨਈ ਸ੍ਰਿਸ਼ਟੀ ਕ੍ਰੀਏਟ ਕਰਦੇ ਹੈ, ਪਰ ਉਹਨਾਂ ਨੂੰ ਪਤਿਤ ਪਾਵਨ ਕਿਹਾ ਜਾਂਦਾ ਹੈ। ਤਾਂ ਇਸ ਤੋਂ ਸਿੱਧ ਹੈ ਕਿ ਇਹ ਸ੍ਰਿਸ਼ਟੀ ਦਾ ਅਨਾਦਿ ਹੈ, ਇਸ ਦੀ ਪਰਲਿਆ ਨਹੀਂ ਹੁੰਦੀ ਹੈ, ਸਿਰਫ ਪਤਿਤ ਹੁੰਦੀ ਹੈ। ਇਸ ਨੂੰ ਪਾਵਨ ਬਣਾਉਂਦਾ ਹਾਂ, ਇਸ ਲਈ ਮੈਂ ਨੰਦੀਗਣ ਦੇ ਅਤੇ ਭਾਗਿਆਸ਼ਾਲੀ ਰਥ ਤੇ ਆਉਂਦਾ ਹਾਂ। ਤੁਹਾਨੂੰ ਨਰ ਤੋਂ ਨਾਰਾਇਣ ਬਣਾਉਣ ਸਭ ਚਾਹੁੰਦੇ ਵੀ ਹੈ, ਅਸੀਂ ਸੂਰਜਵੰਸ਼ੀ ਬਣੀਏ, ਕਥਾ ਵੀ ਹੈ। ਇੱਕ ਭਗਤ ਨੇ ਕਿਹਾ ਕਿ ਮੈਂ ਲਕਸ਼ਮੀ ਨੂੰ ਵਰਤ ਸਕਦਾ ਹਾਂ। ਨਾਰਦ ਭਗਤ ਸੀ ਨਾ, ਤਾਂ ਕਿਹਾ ਤੁਸੀਂ ਆਪਣੀ ਸ਼ਕਲ ਤਾਂ ਵੇਖੋ, ਪਹਿਲਾਂ ਬੰਦਰ ਤੋਂ ਮੰਦਰ ਤਾਂ ਬਣੋ ਤਾਂ ਤੇ ਲਕਸ਼ਮੀ ਨੂੰ ਵਰਤ ਸਕੋਗੇ। ਹੁਣ ਤੁਸੀਂ ਮੰਦਰ ਲਾਇਕ ਬਣ ਰਹੇ ਹੈ। ਇਹ ਇਸ ਸਮੇਂ ਦੀ ਹੀ ਸਾਰੀ ਗੱਲ ਹੈ। ਇਹ ਸਭ ਤੁਹਾਨੂੰ ਕੌਣ ਦੱਸ ਰਹੇ ਹੈ? ਸ਼ਿਵ ਬਾਬਾ ਬ੍ਰਹਮਾ ਦਾਦਾ ਦੀ ਭ੍ਰੂਕੁਟੀ ਦੇ ਵਿੱਚ ਬੈਠ ਤੁਹਾਨੂੰ ਸਮਝਾ ਰਹੇ ਹੈ। ਜਿਵੇਂ ਇਹਨਾਂ ਦੀ ਆਤਮਾ ਭ੍ਰੂਕੁਟੀ ਵਿੱਚ ਬੈਠੀ ਹੈ ਤਾਂ ਜ਼ਰੂਰ ਉਹਨਾਂ ਦੇ ਬਾਜੂ ਵਿੱਚ ਬੈਠਾ ਹੋਵੇਗਾ ਨਾ। ਇਹ ਨੌਲੇਜਫੁਲ ਬਾਪ ਤੁਹਾਨੂੰ ਸਾਰਾ ਰਾਜ ਆਦਿ ਮੱਧ ਅੰਤ ਦਾ ਸਮਝਾ ਰਹੇ ਹੈ, ਜਿਸ ਨਾਲ ਤੁਹਾਨੂੰ ਸਬਦਰਸ਼ਨ ਚੱਕਰ ਫਿਰਾਣਾ ਸਹਿਜ ਹੋਵੇ। ਸਬਦਰਸ਼ਨ ਚੱਕਰ ਫਿਰਾਉਣ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋਣਗੇ, ਨਹੀਂ ਤਾਂ ਸਜ਼ਾਵਾਂ ਖਾਣਗੇ, ਵਿਜੇ ਮਾਲਾ ਵਿੱਚ ਵੀ ਨਹੀਂ ਆਉਣਗੇ। ਕਛੂਏ ਤਰ੍ਹਾਂ ਜਦੋਂ ਫ੍ਰੀ ਹੋਵੇ ਤਾਂ ਚੁੱਪ ਬੈਠ ਕੇ ਚੱਕਰ ਨੂੰ ਫਿਰਾਓ। ਹੁਣ ਤੁਹਾਨੂੰ ਘਰ ਵਾਪਸ ਜਾਣਾ ਹੈ। ਇਸ ਅੰਤਿਮ ਜਨਮ ਵਿੱਚ ਪਵਿੱਤਰ ਰਹੋ। ਇਸ ਨੂੰ ਕਿਹਾ ਜਾਂਦਾ ਹੈ ਲੋਕ ਲਾਜ। ਪਤਿਤ ਬਣਨ ਦੀ ਮਰਿਆਦਾਵਾਂ ਨੂੰ ਤੋੜੋ, ਹੋਰ ਕਿਸੇ ਨੂੰ ਯਾਦ ਨਹੀਂ ਕਰੋ। ਤਾਂ ਬਾਬਾ ਆਖਦੇ ਨੇ, ਆਪ ਮੂਏ ਮਰ ਗਈ ਦੁਨੀਆ, ਆ ਸ਼ਰੀਰੀ ਬਣ ਕੇ ਮੇਰਾ ਬਣੋ ਤਾਂ ਵਿਕਰਮ ਵਿਨਾਸ਼ ਹੋ ਜਾਣਗੇ। ਸਭ ਨੂੰ ਮਰਨਾ ਤਾਂ ਹੈ ਹੀ, ਫਿਰ ਕੌਣ ਕਿਸ ਦੇ ਲਈ ਰੋਵੇਗਾ? ਹੀਰੋਸ਼ੀਮਾ ਵਿੱਚ ਸਭ ਮਰ ਗਏ, ਕੋਈ ਰੋਣ ਵਾਲਾ ਬਚਿਆ ਹੀ ਨਹੀਂ। ਇਸ ਲਈ ਹੁਣ ਰੋਣ ਵਾਲੀ ਦੁਨੀਆ ਤੋਂ ਵਾਪਸ ਜਾਣਾ ਹੈ। ਇਸ ਗੰਦੀ ਦੁਨੀਆ ਵਿੱਚ ਤਾਂ ਹਰ ਇੱਕ ਦੇ ਅੰਗ ਅੰਗ ਵਿੱਚ ਕੀੜੇ ਪਏ ਹੈ, ਉਸ ਨੂੰ ਯਾਦ ਕਿਉਂ ਕਰੀਏ? ਸਵਰਗ ਵਿੱਚ ਥੋੜੀ ਨਾ ਇਵੇਂ ਦੇ ਸਰੀਰ ਹੋਣਗੇ, ਉੱਥੇ ਤਾਂ ਅੰਗ ਅੰਗ ਵਿੱਚੋਂ ਖੁਸ਼ਬੂ ਹੁੰਦੀ ਹੈ। ਬਾਬਾ ਕਿਵੇਂ ਗੰਦੇ ਵਾਸੀ ਨੂੰ ਗੁੱਲ ਗੁੱਲ ਮਾਨਾ ਫੁੱਲ ਬਣਾਉਂਦੇ ਹੈ, ਤਾਂ ਉਹਨਾਂ ਨੂੰ ਆਪਣਾ ਆਣਾ ਵੀ ਅਜਿਹੇ ਲੌਂਗ ਬੂਟ ਵਿੱਚ ਪੈਂਦਾ ਹੈ। ਬਾਬਾ ਕਹਿੰਦੇ ਹੈ, ਭਾਵੇਂ ਘਰ ਵਿੱਚ ਰਹੋ ਪਰੰਤੂ ਸ਼੍ਰੀਮਤ ਤੇ ਚਲੋ, ਵਿਕਾਰ ਵਿੱਚ ਨਾ ਜਾਵੋ। ਤੁਹਾਡੇ ਸਾਹਮਣੇ ਸ਼ਿਵ ਬਾਬਾ ਬੈਠਾ ਹੈ, ਉਹਨਾਂ ਨੂੰ ਭੁੱਲੋ ਨਾ। ਅੱਛਾ ਗੀਤ, ਧਰਤੀ ਨੂੰ ਆਕਾਸ਼ ਪੁਕਾਰੇ, ਧਰਤੀ ਦੇ ਰਹਿਣ ਵਾਲਿਆਂ ਨੂੰ ਆਕਾਸ਼ ਵਿੱਚ ਰਹਿਣ ਵਾਲਾ ਬਾਪ ਪੁਕਾਰਦਾ ਹੈ। ਹੁਣ ਮੇਰੇ ਕੋਲ ਆਉਣਾ ਹੈ, ਇਸ ਲਈ ਨਸ਼ਟੋ ਮੋਹਾ ਬਣੋ। ਮੈਂ ਤੁਹਾਨੂੰ ਸਵਰਗ ਦੇ ਅਥਾਹ ਸੁੱਖ ਦੇਵਾਂਗਾ। ਬਾਪ ਹੈ ਸਾਰੇ ਸੁੱਖਾਂ ਦਾ ਸਕਰੀਨ, ਮਾਮਾ ਚਾਚਾ ਇਹ ਸਭ ਤੁਹਾਨੂੰ ਦੁੱਖ ਦੇਣ ਵਾਲੇ ਹੈ। ਤੁਹਾਡਾ ਹੈ ਸਾਰੀ ਆਸੂਰੀ ਦੁਨੀਆ ਨਰਕ ਦਾ ਸੰਨਿਆਸ। ਸੰਨਿਆਸੀਆਂ ਦਾ ਹੈ ਸਿਰਫ ਘਰ ਦਾ ਸੰਨਿਆਸ। ਤੁਹਾਨੂੰ ਇਸ ਡਰਟੀ ਦੁਨੀਆ ਨਰਕ ਨੂੰ ਭੁੱਲਣਾ ਹੈ। ਇਸ ਸਮੇਂ ਮਨੁੱਖਾਂ ਨੂੰ ਥੋੜਾ ਧਨ ਮਿਲਦਾ ਹੈ ਤਾਂ ਸਮਝਦੇ ਹੈ ਅਸੀਂ ਤਾਂ ਸਵਰਗ ਵਿੱਚ ਹਾਂ, ਪਰੰਤੂ ਇਸ ਦੁਨੀਆ ਵਿੱਚ ਕੋਈ ਕਿੰਨਾ ਵੀ ਸਾਹੂਕਾਰ ਹੋਵੇ, ਦਿਵਾਲਾ ਨਿਕਲਿਆ, ਐਰੋਪਲੇਨ ਆਦਿ ਡਿੱਗਿਆ ਤਾਂ ਸਭ ਖਲਾਸ। ਫਿਰ ਰੋਣ ਪਿੱਟਣਾ ਲੱਗ ਪੈਂਦੇ ਹੈ। ਉੱਥੇ ਤਾਂ ਐਕਸੀਡੈਂਟ ਦੀ ਗੱਲ ਹੀ ਨਹੀਂ, ਕੋਈ ਰੋਂਦਾ ਪਿੱਟਦਾ ਨਹੀਂ। ਬਾਬਾ ਕਹਿੰਦੇ ਹੈ, ਅੱਛਾ ਤੁਸੀਂ ਸਵਰਗ ਵਿੱਚ ਹੈ ਤਾਂ ਖੁਸ਼ ਰਹੋ। ਮੈਂ ਆਇਆ ਹਾਂ ਗਰੀਬ ਦੇ ਲਈ ਜੋ ਨਰਕ ਵਿੱਚ ਹੈ।
ਦਾਨ ਵੀ ਗਰੀਬਾਂ ਨੂੰ ਦਿੱਤਾ ਜਾਂਦਾ ਹੈ। ਸਾਹੂਕਾਰ ਨੂੰ ਦਾਨ ਕਰਦੇ ਹੈ ਕਿ ਮੈਂ ਤਾਂ ਸਭ ਤੋਂ ਸਾਹੂਕਾਰ ਹਾਂ, ਮੈਂ ਗਰੀਬਾਂ ਨੂੰ ਦਾਨ ਦਿੰਦਾ ਹਾਂ। ਇਸ ਸਮੇਂ ਦੇ ਸਾਹੂਕਾਰ ਤਾਂ ਆਪਣੇ ਧਨ ਤੇ ਫੈਸ਼ਨ ਦੇ ਨਸ਼ੇ ਵਿੱਚ ਹੀ ਚੂਰ ਹੈ। ਅੱਛਾ, ਬਾਬਾ ਸਮਝਾਣੀ ਦਿੰਦੇ ਹੈ, ਇਹ ਹੈ ਇੰਦਰਪ੍ਰਸਥ, ਇੱਥੇ ਹੰਸ ਮੋਤੀ ਚੁਗਣਗੇ, ਬਾਕੀ ਜੋ ਬਗੁਲੇ ਹੋਣਗੇ ਉਹ ਤਾਂ ਪੱਥਰ ਹੀ ਚੁਗਣਗੇ। ਇਸ ਲਈ ਬਾਬਾ ਕਹਿੰਦੇ ਹੈ ਇੱਥੇ ਹੰਸ ਮਾਨਾ ਗੁਣਗ੍ਰਾਹੀ ਹੀ ਆਉਣੇ ਚਾਹੀਦੇ ਹੈ, ਬਗੁਲੇ ਅਵਗੁਣ ਵੇਖਣ ਵਾਲੇ ਨਹੀਂ। ਅੱਛਾ, ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਯਾਦ ਪਿਆਰ ਗੁੱਡ ਮਾਰਨਿੰਗ ਅਤੇ ਨਮਸਤੇ ਜੀ। ਧਾਰਨਾ ਲਈ ਮੁੱਖ ਸਾਰ ਨੰਬਰ 1 ਪਰ ਬਾਪ ਦੀ ਸ਼੍ਰੀਮਤ ਤੇ ਚੱਲ ਦਹੀ ਅਭਿਮਾਨੀ ਬਣ, ਬਾਪ ਦੇ ਗਲੇ ਦਾ ਹਾਰ ਬਣਨਾ ਹੈ। ਬਾਪ ਦੀ ਯਾਦ ਵਿੱਚ ਰਹਿ ਅਤੀ ਇੰਦਰੀय ਸੁਖ ਦਾ ਅਨੁਭਵ ਕਰਨਾ ਹੈ। ਨੰਬਰ 2 ਇਸ ਦੁਨੀਆ ਤੋਂ ਪੂਰਾ ਨਸ਼ਟੋ ਮੁਹਾ ਬਣਨਾ ਹੈ। ਕਿਸੇ ਦੇ ਵੀ ਛੀ ਸਰੀਰਾਂ ਨੂੰ ਯਾਦ ਨਹੀਂ ਕਰਨਾ ਹੈ। ਵਰਦਾਨ ਹੈ ਅੱਜ ਦਾ, ਸੇਵਾ ਦੇ ਬੰਧਨ ਦੁਆਰਾ ਕਰਮ ਬੰਧਨਾਂ ਨੂੰ ਖਤਮ ਕਰਨ ਵਾਲੇ ਵਿਸ਼ਵ ਸੇਵਾਦਾਰੀ ਭਵ। ਸੇਵਾ ਦੇ ਬੰਧਨ ਦੁਆਰਾ ਕਰਮ ਬੰਧਨਾਂ ਨੂੰ ਖਤਮ ਕਰਨੇ ਵਾਲੇ ਵਿਸ਼ਵ ਸੇਵਾਦਾਰੀ ਭਵ। ਅੱਜ ਬਾਬਾ ਆਖਦੇ ਨੇ, ਪ੍ਰਵਿਰਤੀ ਵਿੱਚ ਰਹਿੰਦੇ ਕਦੇ ਇਹ ਨਹੀਂ ਸਮਝੋ ਕਿ ਹਿਸਾਬ ਕਿਤਾਬ ਹੈ, ਕਰਮ ਬੰਧਨ ਹੈ, ਲੇਕਿਨ ਇਹ ਵੀ ਸੇਵਾ ਹੈ। ਸੇਵਾ ਦੇ ਬੰਧਨ ਵਿੱਚ ਬੰਧਨ ਨਾਲ ਕਰਮ ਬੰਧਨ ਖਤਮ ਹੋ ਜਾਂਦਾ ਹੈ। ਜਦੋਂ ਤੱਕ ਸੇਵਾ ਭਾਵ ਨਹੀਂ ਹੁੰਦਾ ਤਾਂ ਕਰਮ ਬੰਧਨ ਖਿੱਚਦਾ ਹੈ। ਕਰਮ ਬੰਧਨ ਹੋਵੇਗਾ ਤਾਂ ਦੁੱਖ ਦੀ ਲਹਿਰ ਆਵੇਗੀ ਅਤੇ ਸੇਵਾ ਦਾ ਬੰਧਨ ਹੋਵੇਗਾ ਤਾਂ ਖੁਸ਼ੀ ਹੋਵੇਗੀ। ਇਸ ਲਈ ਕਰਮ ਬੰਧਨ ਨੂੰ ਸੇਵਾ ਦੇ ਬੰਧਨ ਨਾਲ ਸਮਾਪਤ ਕਰੋ। ਵਿਸ਼ਵ ਸੇਵਾਧਾਰੀ ਵਿਸ਼ਵ ਵਿੱਚ ਜਿੱਥੇ ਵੀ ਹੈ, ਵਿਸ਼ਵ ਸੇਵਾ ਅਰਥ ਹੈ। ਸਲੋਗਨ ਅੱਜ ਦਾ, ਆਪਣੇ ਦੈਵੀ ਸਵਰੂਪ ਦੀ ਸਮ੍ਰਿਤੀ ਵਿੱਚ ਰਹੋ ਤਾਂ ਤੁਹਾਡੇ ਤੇ ਕਿਸੇ ਵੀ ਵਿਅਰਥ ਨਜ਼ਰ ਨਹੀਂ ਜਾ ਸਕਦੀ। ਆਪਣੇ ਦੈਵੀ ਸਵਰੂਪ ਦੀ ਸਮ੍ਰਿਤੀ ਵਿੱਚ ਰਹੋ ਤਾਂ ਤੁਹਾਡੇ ਤੇ ਕਿਸੇ ਦੀ ਵਿਅਰਥ ਨਜ਼ਰ ਨਹੀਂ ਜਾ ਸਕਦੀ। ਅੱਛਾ, ਓਮ ਸ਼ਾਂਤੀ।